ਅੱਜ ਇੱਕ ਰਿਕਾਰਡਿੰਗ ਸੁਣ ਕੇ ਖਿਆਲ ਆਇਆ ਵੀ ਜੋ ਭੁੱਲਾਂ ਆਮ ਸਾਧਾਰਣਤः ਹੈ ਧਾਰਮਿਕ ਲੋਕ ਕਰ ਰਹੇ ਹਨ, ਉਹਨਾਂ ਦੇ ਪਿੱਛੇ ਪ੍ਰਚਾਰਕਾਂ ਦਾ ਜ਼ਿਆਦਾ ਹੱਥ ਹੈ। ਕਿਉਂਕਿ ਜ਼ਿਆਦਾਤਰ ਧਾਰਮਿਕ ਲੋਕ ਸੋਚਦੇ ਹਨ ਵੀ ਜਿਹੜੇ ਉੱਚ ਕੋਟੀ ਦੇ ਪ੍ਰਚਾਰਕ ਹਨ, ਗਿਆਨੀ ਹਨ, ਉਹਨਾਂ ਨੂੰ ਧਰਮ ਦਾ ਪੂਰਾ ਪਤਾ ਹੈ। ਅਤੇ ਉਹ ਜੋ ਵੀ ਕਹਿੰਦੇ ਹਨ ਅਤੇ ਬੜੇ ਦਾਅਵੇ ਨਾਲ ਕਹਿੰਦੇ ਹਨ, ਪ੍ਰਮਾਣ ਦੇ ਕੇ ਕਹਿੰਦੇ ਹਨ, ਅਤੇ ਲੋਕ ਸਮਝਦੇ ਹਨ ਵੀ ਉਹਨਾਂ ਦੀਆਂ ਗੱਲਾਂ ਠੀਕ ਹਨ, ਮੰਨਣਯੋਗ ਹਨ। ਐਸਾ ਹੀ ਇਸ ਰਿਕਾਰਡਿੰਗ ਦੇ ਵਿੱਚ ਜੋ ਬਹੁਤ ਹੀ ਮਸ਼ਹੂਰ ਪ੍ਰਚਾਰਕ ਹਨ, ਗਿਆਨੀ ਪਿੰਦਰਪਾਲ ਸਿੰਘ, ਉਹ ਕਹਿ ਰਹੇ ਹਨ ਵੀ ਗੁਰੂ ਦੀਆਂ ਪਰਿਕਰਮਾ ਜਿਹੜੀਆਂ ਹਨ ਉਹ ਕਰਮਕਾਂਡ ਨਹੀਂ ਹਨ। ਅਤੇ ਰੋਜ਼ ਸਵੇਰੇ ਅੰਮ੍ਰਿਤ ਵੇਲੇ ਗੁਰਸਿੱਖ ਨੂੰ ਗੁਰੂ ਦੀਆਂ 3 ਪਰਿਕਰਮਾ ਕਰਨੀਆਂ ਚਾਹੀਦੀਆਂ। ਅਤੇ ਉਹ ਪ੍ਰਮਾਣ ਦੇ ਰਹੇ ਹਨ ਵੀ ਇਹ ਪਰਿਕਰਮਾ ਅਸੀਂ ਤੁਸੀਂ ਨਹੀਂ ਬਣਾਈਆਂ ਹਨ, ਇਹ ਤਾਂ ਰੱਬ ਨੇ ਬਣਾਈਆਂ ਹੋਈਆਂ ਹਨ। ਕਹਿੰਦੇ ਦੇਖੋ ਸਰੀਰ ਦੇ ਵਿੱਚ ਖੂਨ ਪਰਿਕਰਮਾ ਕਰ ਰਿਹਾ ਹੈ, ਅਤੇ ਪਰਿਕਰਮਾ ਕਰਨੋਂ ਹਟ ਗਿਆ ਅਤੇ ਸਰੀਰ ਡੈੱਡ ਹੋ ਗਿਆ। ਹੁਣ ਗੱਲ ਤੁਸੀਂ ਵੀ ਠੀਕ ਸਮਝੋਗੇ, ਪ੍ਰਮਾਣ ਬੜਾ ਵਧੀਆ ਹੈ ਵੀ ਪਰਿਕਰਮਾ ਕਰ ਰਿਹਾ, ਵੀ ਦਿਹਾੜੀ ਦੀਆਂ 3 ਨਹੀਂ ਕਰਦਾ ਹੈ ਖੂਨ ਤਾਂ ਸਦਾ ਹੀ ਚੱਲੀ ਜਾਂਦਾ, ਪਰਿਕਰਮਾ ਹੀ ਕਰੀ ਜਾਂਦਾ। ਫਿਰ ਤੁਸੀਂ ਵੀ ਕਰੀ ਜਾਓ ਹਾਂ ਗੁਰੂ ਦੀਆਂ ਪਰਿਕਰਮਾ, ਹਟਦੇ ਕਿਉਂ ਜੇ ਪਰਮਾਤਮਾ ਨੇ ਬਣਾਈਆਂ ਤਾਂ ਪਰਮਾਤਮਾ ਤਾਂ ਸਦਾ ਹੀ ਪਰਿਕਰਮਾ ਕਰ ਰਿਹਾ। ਧਰਤੀ ਵੀ ਆ ਦੇਖੋ ਪਰਿਕਰਮਾ ਕਰ ਰਹੀ, ਸੂਰਜ ਦੀ ਲਗਾਤਾਰ ਹੀ ਕਰ ਰਹੀ ਹੈ, ਚੰਦ ਤਾਰੇ ਕਰ ਰਹੇ ਹਨ, ਸਭ ਕਰ ਰਹੇ ਹਨ ਪਰਿਕਰਮਾ, ਫਿਰ ਤੈਨੀ ਕਿਉਂ? ਪਰ ਸਾਰਿਆਂ ਨੂੰ ਜ਼ਰੂਰੀ ਜਿਹੜੀ ਗੱਲ ਸਮਝਣਯੋਗ ਹੈ ਨਾ, ਉਹ ਇਹਨਾਂ ਕਥਾਵਾਚਕਾਂ ਦੇ ਪ੍ਰਚਾਰਕਾਂ ਦੇ ਸਮਝ ਵਿੱਚ ਆਉਂਦੀ ਨਹੀਂ ਹੈ, ਆ ਨਹੀਂ ਸਕਦੀ ਉਹਨਾਂ ਚਿਰ। ਖਿਆਲ ਵਿੱਚ ਰੱਖੋ ਜਿੰਨਾ ਮਰਜ਼ੀ ਗਿਆਨ ਹੋ ਜਾਵੇ ਕਿਸੇ, ਵਾਸਤਵਿਕ ਗੱਲ ਜਿਹੜੀ ਹੈ ਨਾ ਉਹ ਬਾਹਰੋਂ ਸਮਝ ਕੇ ਨਹੀਂ ਆਉਂਦੀ ਸਮਝ ਵਿੱਚ। ਅਗਰ ਆ ਹੀ ਗਈ ਹੁੰਦੀ ਤਾਂ ਬਹੁਤ ਵਿਦਵਾਨ ਹੋਏ, ਉੱਚ ਕੋਟੀ ਦੇ ਪੰਡਤ ਹੋਏ ਹਨ, ਉਹਨਾਂ ਨੂੰ ਮੂੜ ਕਹਿ ਦਿੱਤਾ ਸੀ। ਗਿਆਨ ਦੀ ਤਾਂ ਕੋਈ ਕਮੀ ਨਹੀਂ ਸੀ ਨਾ, ਜਾਣਦੇ ਤਾਂ ਸਾਰਾ ਕੁਝ ਹੀ ਸਨ। ਅਤੇ ਫਿਰ ਜਿਹੜਾ ਬਾਹਰੋਂ ਪੜ੍ਹ ਕੇ, ਸੁਣ ਕੇ, ਸਮਝ ਕੇ, ਵਿਚਾਰ ਕੇ ਗਿਆਨ ਇਕੱਠਾ ਕੀਤਾ ਹੋਇਆ ਹੈ, ਉਹਦੇ ਦੁਆਰਾ ਉਹ ਮੁਕਤ ਨਹੀਂ ਹੋਇਆ, ਅਤੇ ਉਹਨੂੰ ਸੁਣ ਕੇ ਵੀ ਕੋਈ ਮੁਕਤ ਨਹੀਂ ਹੋ ਸਕਦਾ ਹੈ, ਕਿਉਂਕਿ ਉਹ ਝੂਠ ਤੋਂ ਪੈਦਾ ਹੋ ਰਿਹਾ ਹੈ, ਸੰਸਾਰ 'ਚੋਂ ਪੈਦਾ ਹੋ ਰਿਹਾ ਅਤੇ ਉਹ ਸੰਸਾਰ ਦੇ ਨਾਲ ਹੀ ਜੁੜਿਆ ਹੋਵੇਗਾ।
ਹੁਣ ਪ੍ਰਚਾਰਕ ਤੇ ਸੰਸਾਰ ਦੇ ਨਾਲ ਜੁੜੇ ਹੋਏ, ਜਿਸ ਤਰ੍ਹਾਂ ਦੇ ਤੁਸੀਂ ਮੋਹ ਮਾਇਆ ਦੇ ਵਿੱਚ ਫਸੇ ਹੋਏ ਹੋ, ਪਰਿਵਾਰਾਂ 'ਚ ਫਸੇ ਹੋਏ ਹੋ, ਉੱਦਾਂ ਹੀ ਉਹ ਫਸੇ ਹੋਏ ਹਨ। ਇਸੇ ਕਰਕੇ ਉਹ ਭੱਜੇ ਫਿਰਦੇ ਰਾਤ ਦਿਨ। ਉਹਨਾਂ ਨੂੰ ਪੁੱਛੋ ਕਿਉਂ? ਕਹਿੰਦੇ ਹਨ ਬੱਚਿਆਂ ਪਰਿਵਾਰਾਂ ਵਾਸਤੇ ਕੁਝ ਕਰਨਾ ਹੀ ਬਣਦਾ ਹੈ ਨਾ। ਉਹ ਧੰਦਾ ਕਰ ਰਹੇ ਹਨ, ਉਹਨਾਂ ਦਾ ਉਹ ਕਾਰੋਬਾਰ ਹੈ। ਇਵੇਂ ਹੀ ਇੱਥੇ ਇੱਕ ਬਹੁਤ ਉੱਚ ਕੋਟੀ ਦੇ ਜਥਾ ਹੈ ਢਾਡੀ, ਉਹ ਵੀ ਇਉਂ ਹੀ ਕਹਿੰਦਾ ਸੀ ਮੈਨੂੰ ਵੀ ਸਾਨੂੰ ਆਪਣੇ ਬੱਚਿਆਂ ਦੀ ਉਪਜੀਵਿਕਾ ਵਾਸਤੇ ਤਾਂ ਇਹ ਕੰਮ ਕਰਨਾ ਹੀ ਪਵੇਗਾ। ਤੇ ਉਹ ਸੁਣਾ ਰਹੇ ਹਨ, ਪ੍ਰਚਾਰ ਕਰ ਰਹੇ ਹਨ। ਅਤੇ ਜਿਹੜਾ ਮੋਹ ਮਾਇਆ 'ਚ ਫਸਿਆ ਹੋਇਆ ਹੈ ਉਹ ਮੁਕਤ ਨਹੀਂ ਕਰ ਸਕਦਾ, ਅਤੇ ਉਹਨੂੰ ਵਾਸਤਵਿਕਤਾ ਦਾ ਨਹੀਂ ਪਤਾ ਲੱਗੇਗਾ। ਖਿਆਲ ਵਿੱਚ ਰੱਖਣ ਯੋਗ ਇਹ ਗੱਲ ਹੈ, ਮੁਕਤ ਪੁਰਸ਼ ਦੀ ਗੱਲ ਦਾ ਮੁਕਤ ਹੋ ਕੇ ਹੀ ਪਤਾ ਲੱਗੇਗਾ। ਹੁਣ ਜਿਹੜੇ ਮੁਕਤ ਪੁਰਸ਼ ਹਨ ਉਹ ਕਿਸੇ ਕਰਮ ਨੂੰ ਕਰਮ ਕਾਂਡ ਨਹੀਂ ਕਹਿੰਦੇ ਹਨ। ਖਿਆਲ ਵਿੱਚ ਇਹ ਰੱਖਣ ਯੋਗ ਹੈ। ਇਸ ਕਾਰਨ ਉਹ ਬਹੁਤ ਸਾਰੇ ਕਰਮਾਂ ਨੂੰ ਕਰਮ ਕਾਂਡ ਕਹਿੰਦੇ ਵੀ ਹਨ, ਕੁਛ ਕਰਮ ਕਰਨ ਵਾਸਤੇ ਵੀ ਕਹਿੰਦੇ ਹਨ। ਕਈ ਵਾਰ ਉਹ ਸਾਰੇ ਹੀ ਕਰਮ ਕਾਂਡ ਕਹਿ ਦਿੰਦੇ ਹਨ। ਤੇ ਕਰਮ ਜਿਹੜਾ ਹੈ ਉਹ ਕਿਹੜਾ ਕਰਮ ਕਾਂਡ ਹੈ? ਕਰਮ ਕਾਂਡ ਦਾ ਅਰਥ ਹੁੰਦਾ ਹੈ ਸਿਰਫ ਦਿਖਾਵੇ ਮਾਤਰ ਵਾਸਤੇ ਕਰਮ। ਕਰਮ ਕਾਂਡ ਤੇ ਐਸਾ ਨਹੀਂ ਹੈ ਵੀ ਆ ਜਿਹੜਾ ਇਹ ਕਰਮ ਕਾਂਡ ਨਹੀਂ ਹੈ, ਵੀ ਪਰਕਰਮਾਂ ਜਿਹੜੀਆਂ ਇਹ ਕਰਮ ਕਾਂਡ ਨਹੀਂ ਹਨ। ਜੋਤ ਜਗਾਉਣੀ ਕਰਮ ਕਾਂਡ ਹੈ, ਇੱਦਾਂ ਸੋਚਦੇ ਆ। ਕੋਈ ਕਹਿੰਦਾ ਜੋਤ ਜਗਾਉਣੀ ਜਿਹੜੀ ਹੈ ਉਹ ਕਰਮ ਕਾਂਡ ਨਹੀਂ ਹੈ ਨਾ। ਧੂਪ ਜਿਹੜੀ ਹੈ ਉਹ ਕਰਮ ਕਾਂਡ ਹੈ। ਕੋਈ ਕੁਛ ਕਰਮ ਕਾਂਡ ਕਹਿੰਦਾ, ਕੋਈ ਕੁਛ ਕਰਮ ਕਾਂਡ ਕਹਿੰਦਾ। ਪਰ ਕਰਮ ਕਾਂਡ ਦਾ ਸੰਬੰਧ ਜਿਹੜਾ ਹੈ ਨਾ ਉਹ ਕਰਮ ਦੇ ਨਾਲ ਨਹੀਂ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਤਾਂ ਹੀ ਮੈਨੂੰ ਖਿਆਲ ਆਇਆ ਵੀ ਬਹੁਤੇ ਕਰਮ ਕਾਂਡ ਦਾ ਸੰਬੰਧ ਕਰਮ ਦੇ ਨਾਲ ਰੱਖਦੇ ਹਨ, ਵੀ ਕਿਹੜਾ ਕਰਮ ਕਾਂਡ ਹੈ ਕਿਹੜਾ ਨਹੀਂ, ਠੀਕ ਕਰਮ ਹੈ ਕਿਹੜਾ ਗਲਤ ਕਰਮ ਹੈ। ਨਹੀਂ, ਦਰਅਸਲ ਕਰਮ ਜਿਹੜਾ ਹੈ ਨਾ ਉਹਦਾ ਸੰਬੰਧ ਮਨ ਨਾਲ ਹੈ। ਜਿਹੜਾ ਕਰਮ ਤੁਸੀਂ ਹੀ ਮਨ ਦੁਆਰਾ ਕੀਤਾ, ਚਾਹਤ ਦੁਆਰਾ ਕੀਤਾ, ਵਾਸ਼ਨਾ ਦੁਆਰਾ ਕੀਤਾ, ਕਾਮਨਾ ਦੁਆਰਾ ਕੀਤਾ, ਇੱਛਾ ਰੱਖ ਕੇ ਕੀਤਾ, ਉਹ ਹੀ ਕਰਮ ਕਾਂਡ ਹੋ ਗਏ, ਕਿਉਂਕਿ ਮਨ ਦੁਆਰਾ ਕੀਤਾ। ਇਸੇ ਕਾਰਨ ਹੀ ਕਿਹਾ ਹੈ ਨਾ, ਜੋ ਜੋ ਕਰਮ ਕੀਏ ਲਾਲਚ ਲਗ ਤਿਹ ਤਿਹ ਆਪ ਬੰਦਾਇਓ। ਜਿਹੜਾ ਵੀ ਕਰਮ ਲਾਲਚ ਕਰਕੇ, ਚਾਹਤ ਕਰਕੇ ਕੀਤਾ। ਹੁਣ ਕਿਸੇ ਨੇ ਪਰਕਰਮਾਂ ਚਾਹਤ ਕਰਕੇ ਕੀਤੀਆਂ, ਵੀ ਗੁਰੂ ਕਿਰਪਾ ਕਰੇ ਮੈਨੂੰ ਸੁਰੱਖਿਅਤ ਰੱਖੇ। ਕਈ ਪਾਠ ਵੀ ਕਰਦੇ ਹਨ ਨਾ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਪਾਏ। ਉਹ ਚਾਹਤ ਇਹੋ ਹੀ ਹੈ ਵੀ ਰਾਮ ਦੀ ਕਾਰ ਹੋ ਜਾਵੇ, ਕੋਈ ਦੁੱਖ ਅੰਦਰ ਨਾ ਆਵੇ, ਬਿਪਤਾ ਨਾ ਆਵੇ, ਕਿਰਪਾ ਕਰੇ। ਪਾਠ ਕਰ ਲਿਆ, ਉਹ ਚਾਹਤ ਕਰਕੇ ਕੀਤਾ, ਉਹ ਕਰਮ ਕਾਂਡ ਹੋ ਗਈ। ਪਰ ਕਰਮਾਂ ਕੀਤੀਆਂ ਚਾਹਤ ਕਰਕੇ, ਚਾਹਤ ਤਾਂ ਹੈ ਹੀ, ਤਾਂ ਹੀ ਗੁਰਦੁਆਰੇ ਗਿਆ ਹੈ, ਪਰ ਕਰਮਾਂ ਕਰ ਰਿਹਾ ਹੈ। ਨਹੀਂ ਤਾਂ ਕਿਉਂ ਜਾਵੇ ਆਦਮੀ? ਜਿਹਦੀ ਚਾਹਤ ਨਹੀਂ ਹੈ ਉਹ ਧਾਰਮਿਕ ਸਥਾਨ 'ਤੇ ਵੀ ਕਿਉਂ ਜਾਵੇ? ਕਿਉਂਕਿ ਉਪਦੇਸ਼ ਤੇ ਘਰ ਵੀ ਪੜ੍ਹ ਸਕਦਾ ਹੈ, ਸੁਣ ਸਕਦਾ ਹੈ ਅਜੋਕੇ ਸਮੇਂ 'ਚ ਆਦਮੀ। ਖਿਆਲ ਵਿੱਚ ਇਹ ਲੈਣ ਯੋਗ ਹੈ।
ਇਸ ਕਾਰਨ ਕਰਮ ਕਾਂਡੇ ਹੀ ਜਾ ਰਹੇ ਹਨ ਧਾਰਮਿਕ ਸਥਾਨਾਂ 'ਤੇ, ਕਿਉਂਕਿ ਚਾਹਤਾਂ ਕਰਕੇ ਜਾ ਰਹੇ ਹਨ। ਨਹੀਂ ਤੇ ਗੁਰੂ ਦਾ ਉਪਦੇਸ਼ ਤੇ ਘਰ ਵੀ ਹੈ, ਸੁਣਿਆ ਜਾ ਸਕਦਾ ਹੈ, ਪੜ੍ਹਿਆ ਜਾ ਸਕਦਾ ਹੈ, ਕੀਰਤਨ ਵੀ ਸੁਣਿਆ ਜਾ ਸਕਦਾ ਹੈ। ਪਰ ਕਰਮ ਕਾਂਡ ਜਿਹੜਾ ਹੈ ਨਾ, ਉਹ ਹੀ ਕਰਮ ਕਾਂਡ ਹੋ ਜਾਂਦਾ ਹੈ, ਕਰਮ ਵਿਅਰਥ ਹੋ ਜਾਂਦਾ ਹੈ, ਕਹਿ ਲਈਏ ਝੂਠ ਹੋ ਜਾਂਦਾ ਹੈ, ਜਿਹੜਾ ਕਰਮ ਮਨ ਤੋਂ ਪੈਦਾ ਹੁੰਦਾ, ਮਨ ਦੁਆਰਾ ਹੁੰਦਾ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਇਸ ਕਰਕੇ ਸਾਰੇ ਹੀ ਕਰਮ ਸਤਿਪੁਰਖ ਨਿੰਦ ਦਿੰਦੇ ਹਨ, ਵਿਅਰਥ ਕਹਿੰਦੇ ਹਨ, ਸਾਰੇ ਕਰਮਾਂ ਤੋਂ ਹਟਾਉਂਦੇ ਹਨ, ਕਿਉਂਕਿ ਝੂਠ ਹੋ ਜਾਂਦੇ ਹਨ ਹਰ ਕਰਮ। ਕਰਮ ਧਰਮ ਪਾਖੰਡ ਜੋ ਦਿਸੇ, ਬਾਹਰੋਂ ਦਿਖਦੇ, ਕਿਉਂਕਿ ਸਭ ਵਾਸ਼ਨਾ ਚਾਹਤ ਦਿਖਾਵਾ ਕਰਕੇ ਹੋ ਰਹੇ ਹਨ, ਦਿਖਾਵਾ ਕਰ ਰਹੇ ਹਨ ਲੋਕ। ਧਾਰਮਿਕ ਇੱਕ ਦੂਸਰੇ ਨੂੰ ਦਿਖਾਉਂਦੇ ਹਨ ਅਸੀਂ ਕਿੰਨੇ ਕੁ ਧਾਰਮਿਕ, ਇਸ ਕਾਰਨ ਵੀ ਕਰਮ ਚੱਲ ਰਹੇ ਹਨ। ਅਤੇ ਜਿਹੜਾ ਵੀ ਕਰਮ ਲਾਲਚ ਲੱਗ ਕੇ ਕੀਤਾ, ਮਨ ਪੂਰਵਕ ਕੀਤਾ, ਮਨ ਦੁਆਰਾ ਪ੍ਰੇਮ ਵੀ ਕੀਤਾ, ਤਾਂ ਵੀ ਕਰਮ ਕਾਂਡ ਹੋ ਗਿਆ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜਿਵੇਂ ਥੋੜ੍ਹੇ ਦਿਨ ਪਹਿਲਾਂ ਹੀ ਇੱਕ ਸ਼ਬਦ ਗਰੁੱਪ ਅੰਦਰ ਪਾਇਆ ਹੋਇਆ ਸੀ, ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਉ ਸੇ ਪੋਏ ਪਾਰ ਥੀ। ਹੁਣ ਕਹਿੰਦੇ ਹਨ ਵੀ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਉ ਤੇ ਪੋਏ ਪਾਰ ਥੀਏ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆਂ, ਜਿਨ ਮਨ ਹੋਰ ਤੇ ਮੁਖ ਹੋਰ ਕਾਂਡੇ ਕੱਚੇ। ਦੇਖੋ ਕਹਿੰਦੇ ਦਿਲੋਂ ਮੁਹੱਬਤ, ਭਾਵ ਇਹ ਹੈ ਵੀ ਮੁਹੱਬਤ ਵੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਹੁੰਦੀ ਹੈ ਮਾਨਸਿਕ, ਇੱਕ ਹੁੰਦੀ ਹੈ ਦਿਲੋਂ। ਕਹਿੰਦੇ ਹਨ ਵੀ ਦਿਲੋਂ ਮੁਹੱਬਤ ਜਿਨ ਸਹੀ ਸੱਚੇ ਆ, ਉਹ ਸੱਚੇ ਆ, ਵੀ ਜਿਨ੍ਹਾਂ ਦੀ ਮਨ ਦੁਆਰਾ ਮੁਹੱਬਤ ਹੈ, ਉਹ ਕਾਂਡੇ ਕੱਚੇ ਆ। ਕਿਉਂਕਿ ਮਨ ਜਿਹੜਾ ਹੈ ਨਾ, ਇਹ ਮੁਹੱਬਤ ਕਰਦਾ ਹੀ ਸਵਾਰਥ ਕਰਕੇ, ਚਾਹਤ ਕਰਕੇ। ਗੁਰੂ ਨਾਲ ਵੀ ਮੁਹੱਬਤ ਕਰਦਾ ਹੈ ਨਾ ਅਗਰ, ਤੇ ਤਾਂ ਹੀ ਕਰਦਾ ਹੈ ਵੀ ਗੁਰੂ ਕੋ ਕੁਛ ਮਿਲੇਗਾ। ਖਿਆਲ ਵਿੱਚ ਰੱਖੋ, ਅਗਰ ਖਿਆਲ ਹੈ ਵੀ ਗੁਰੂ ਕੋ ਕੁਛ ਮਿਲੇਗਾ ਤਾਂ ਹੀ ਹੁੰਦੀ ਹੈ ਨਾ, ਤੇ ਮਨ ਦੁਆਰਾ ਹੋਈ। ਹੁਣ ਬਾਹਰਲੀਆਂ ਚੀਜ਼ਾਂ ਮਿਲਣਗੀਆਂ ਸੰਸਾਰ ਦੀਆਂ, ਉਹ ਤਾਂ ਤੁਹਾਡੇ ਸਮਝ ਵਿੱਚ ਆਉਂਦਾ ਇਹੀ ਹੈ ਵੀ ਉਹ ਤਾਂ ਬਿਲਕੁਲ ਝੂਠ ਹਨ। ਵੀ ਕੋਈ ਖੜ੍ਹਾ ਹੈ ਗੁਰੂ ਦੇ ਸਾਹਮਣੇ ਅਰਦਾਸ ਕਰ ਰਿਹਾ, ਮੈਨੂੰ ਪੁੱਤਰ ਦੀ ਦਾਤ ਦੇ ਦਿਓ, ਮੈਨੂੰ ਕਾਰੋਬਾਰਾਂ 'ਚ ਵਰਦੀਆਂ ਕਰ ਦਿਓ, ਮੈਨੂੰ ਜੇ ਦੇ ਦਿਓ, ਮੈਨੂੰ ਉਹ ਦੇ ਦਿਓ, ਤੰਦਰੁਸਤੀ ਦੇ ਦਿਓ। 1000 ਚੀਜ਼ਾਂ ਮੰਗ ਰਹੇ ਹਨ ਲੋਕ, ਸਮੱਸਿਆਵਾਂ ਹਨ ਹਰ ਇੱਕ ਵੱਖ ਵੱਖ, ਅਤੇ ਅਰਦਾਸ ਕਰ ਰਿਹਾ ਹੈ, ਗੁਰੂ ਦੇ ਅੱਗੇ ਖੜ੍ਹਾ ਹੈ, ਗੁਰੂ ਵੱਲ ਨੂੰ ਮੁੱਖ ਤੁਸੀਂ ਦੇਖ ਰਹੇ ਹੋ। ਪਰ ਇੱਥੇ ਭਗਤ ਜੀ ਕਹਿੰਦੇ ਹੈ ਜਿਨ ਮਨ ਹੋਰ ਤੇ ਮੁਖ ਹੋਰ ਤੇ ਕਾਂਡੇ ਕੱਚੇ। ਮੁਖ ਤੇ ਗੁਰੂ ਵੱਲ ਦਿਖਦਾ ਹੀ ਹੈ, ਪਰ ਮਨ ਸੰਸਾਰ ਵੱਲ ਹੈ, ਸੰਸਾਰ ਦੀ ਚਾਹਤ ਵੱਲ ਹੈ। ਤੋ ਮੁਖ ਝੂਠ ਹੈ ਨਾ ਗੁਰੂ ਵੱਲ ਜਿਹੜਾ ਹੋਏ, ਸਾਹਮਣੇ ਦੇ ਗੁਰੂ ਦੇ ਖੜਾ ਹੀ ਹੈ, ਮੁਖ ਤੇ ਦਿਖ ਰਿਹਾ ਹੈ, ਝੁਕ ਵੀ ਰਿਹਾ ਹੈ, ਮੱਥਾ ਵੀ ਰਗੜ ਰਿਹਾ ਹੈ, ਦੰਡਵਤ ਵੀ ਕਰ ਰਿਹਾ ਹੈ, ਪਰ ਅੰਦਰੋਂ ਮਨ ਕਸੁੱਧੇ ਜਾਏ, ਮਨ ਪੁੱਠੇ ਪਾਸੇ ਨੂੰ ਜਾ ਰਿਹਾ।
ਮਨ ਨਹੀਂ ਨਾ ਝੁਕ ਰਿਹਾ, ਮਨ ਸੰਸਾਰ ਦੀ ਚਾਹਤ ਲੈ ਕੇ ਗੁਰੂ ਵੱਲੋਂ ਮੁਖ ਕੀਤਾ ਹੋਇਆ। ਅਤੇ ਇਸ ਕਰਕੇ ਜਿੱਧਰ ਨੂੰ ਚਾਹਤ ਹੈ ਨਾ ਉੱਧਰ ਨੂੰ ਹੀ ਮੁੱਖ ਹੈ ਆਦਮੀ ਦਾ, ਖਿਆਲ ਵਿੱਚ ਰੱਖੋ। ਬਾਣੀ ਗੁਰੂ ਵੱਲ ਨੂੰ ਤੁਰਿਆ ਵੀ ਜਾ ਰਿਹਾ ਹੈ, ਚਾਹਤ ਸੰਸਾਰ ਦੀ ਹੈ ਅਤੇ ਮੁੱਖ ਸੰਸਾਰ ਵੱਲ ਨੂੰ ਵੀ ਹੋਏ। ਅਤੇ ਚਾਹਤ ਸੰਸਾਰ ਦੀ ਹੈ ਅਤੇ ਗੁਰੂ ਦੇ ਸਨਮੁਖ ਖੜਾ ਹੈ, ਸਾਹਮਣੇ ਖੜਾ ਹੈ, ਤੋ ਝੂਠ ਹੈ ਨਾ। ਅਰਦਾਸਾਂ ਕਰਦਾ ਜੇ ਚਾਹੀਦਾ ਉਹ ਚਾਹੀਦਾ, ਦਿਲੋਂ ਮੁਹੱਬਤ। ਇਹ ਕੀ ਫਰਕ ਹੈ? ਫਰਕ ਬਹੁਤ ਸੂਖਮ ਹੈ। ਤੁਸੀਂ ਥੋੜ੍ਹਾ ਜਿਹਾ ਖਿਆਲ ਕਰੋਗੇ ਸਮਝ ਵਿੱਚ ਆ ਜਾਵੇਗਾ। ਪਰ ਇਹ ਇੱਕ ਜ਼ਰੂਰ ਖਿਆਲ ਵਿੱਚ ਰੱਖਣ ਯੋਗ ਹੈ, ਜਦੋਂ ਅਧਿਆਤਮ ਪੁਰਸ਼ ਪ੍ਰੇਮ ਦੀ ਗੱਲ ਕਰਦੇ ਹਨ, ਇਸ਼ਕ ਦੀ ਗੱਲ ਕਰਦੇ ਹਨ, ਮੁਹੱਬਤ ਦੀ ਗੱਲ ਕਰਦੇ ਹਨ, ਤੋ ਤੁਹਾਡੇ ਇਸ਼ਕ ਦੀ, ਤੁਹਾਡੇ ਪ੍ਰੇਮ ਦੀ ਨਹੀਂ ਗੱਲ ਕਰ ਰਹੇ ਹਨ। ਜ਼ਿਆਦਾਤਰ ਲੋਕ ਆਪਣੇ ਪ੍ਰੇਮ ਨੂੰ ਸੱਚਾ ਸਮਝ ਲੈਂਦੇ ਹਨ ਵੀ ਅਸੀਂ ਜੋ ਕਰਦੇ ਹਾਂ ਉਹ ਤਾਂ ਦਿਲੋਂ ਹੀ ਹੈ। ਲੋਕ ਕਰਦੇ ਹੋਣਗੇ ਮਨ ਨਾਲ, ਨਹੀਂ। ਦਿਲੋਂ ਜਿਹੜਾ ਹੈ ਨਾ ਉਹ ਬਾਹਰ ਸੰਸਾਰ ਨਾਲ ਨਹੀਂ ਹੋ ਸਕਦਾ, ਕਿਉਂਕਿ ਸੰਸਾਰ ਨਾਲ ਜਦੋਂ ਵੀ ਹੁੰਦਾ ਹੈ ਨਾ ਉਦੋਂ ਹੀ ਕੋਈ ਇੱਛਾ ਕਰਕੇ, ਚਾਹਤ ਕਰਕੇ ਹੁੰਦਾ।